Good morning, ninth class. This is Varun Goyal from Raikot Public School, Raikot, with a new chapter, chapter number 1, that is number system. ਨੰਬਰ ਸਿਸਟਮ ਦਾ ਮਤਲਬ ਕੀ ਹੈ ਜਿਹ 'ਚ ਆਪਾਂ ਗੱਲ ਕਰਾਂਗੇ ਨੰਬਰਸ ਬਾਰੇ, ਠੀਕ ਹੈ। ਸੋ ਨੰਬਰਸ ਕੀ ਹੁੰਦੇ ਆ ਜੋ ਆਪਾਂ ਪ੍ਰੀਵੀਅਸ ਕਲਾਸਿਸ 'ਚ ਵੀ ਪੜ੍ਹ ਕੇ ਆਏ ਹਾਂ, ਥੋੜਾ ਜਿਹਾ ਆਪਾਂ ਰਿਕਾਲ ਵੀ ਕਰਾਂਗੇ ਉਹਨਾਂ ਚੀਜ਼ਾਂ ਨੂੰ ਜੋ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਠੀਕ ਹੈ। ਸੋ ਨਾਓ ਲੈਟ ਅਸ ਸੀ ਵਟ ਆਰ ਦ ਨੰਬਰਸ। ਨੰਬਰਸ ਰਿਕਾਲ ਕਰਨ ਤੋਂ ਪਹਿਲਾਂ ਆਪਾਂ ਬਿਲਕੁਲ ਬੇਸਿਕ ਤੋਂ ਚੱਲਦੇ ਹਾਂ। ਰਿਵਿਊ ਆਫ ਨੰਬਰਸ। ਰਿਵਿਊ ਆਫ ਨੰਬਰਸ ਮਤਲਬ ਵੀ ਆਪਾਂ ਨੰਬਰ ਜੋ ਪੜ੍ਹੇ ਆ ਜਾਂ ਪੜ੍ਹਨੇ ਆ ਨੰਬਰਸ ਉਹ ਕਿੱਦਾਂ ਦੇ ਆ, ਕਿੰਨੇ ਟਾਈਪਸ ਦੇ ਆਪਣੇ ਕੋਲ ਹੈ ਆਲਰੇਡੀ। ਫਸਟ ਆਉਂਦਾ ਆਪਣੇ ਕੋਲ ਨੈਚੁਰਲ ਨੰਬਰ। ਨੈਚੁਰਲ ਨੰਬਰ ਆਪਣੇ ਕੋਲ ਕਿਹੜੇ ਹੁੰਦੇ 1 2 3 4 ਐਂਡ ਸੋ। ਜਿਹੜੇ ਸਿੰਪਲ ਫਾਰਮ ਦੇ ਨੰਬਰ ਆ, ਮਤਲਬ ਜਦੋਂ ਆਪਾਂ ਕਾਊਂਟਿੰਗ ਸਿੱਖਣੀ ਸਟਾਰਟ ਕਰਦੇ ਆ ਛੋਟੀਆਂ ਕਲਾਸਾਂ ਵਿੱਚ ਆਪਾਂ ਨੇ ਸਿਖਾਇਆ ਜਾਂਦਾ 1 2 3 4 5 6 ਐਂਡ ਸੋ ਇਦਾਂ ਦੇ ਨੰਬਰਸ, ਉਹ ਸਾਰੇ ਨੰਬਰ ਨੈਚੁਰਲ। ਨੈਚੁਰਲ ਦਾ ਮਤਲਬ ਕੀ ਇੱਕ ਆਮ ਨੰਬਰ, ਠੀਕ ਹੈ, ਉਹ ਹੋ ਗਏ। ਉਸ ਤੋਂ ਬਾਅਦ ਆਪਾਂ ਆਉਂਦੇ ਆ ਹੋਲ ਨੰਬਰਸ। ਹੋਲ ਮਤਲਬ ਸਾਰੇ ਜਿਹਨੂੰ ਬੋਲਦੇ ਸਾਰੇ ਨੰਬਰ। ਹੋਲ ਦਾ ਮਤਲਬ ਹੁੰਦਾ ਸਾਰਾ ਕੰਪਲੀਟ ਪਾਰਟ। ਸੋ ਹੋਲ ਨੰਬਰ ਦੇ ਵਿੱਚ ਕੀ ਹੈ, ਨਥਿੰਗ ਐਲਸ 0 ਪਲੱਸ ਨੈਚੁਰਲ ਨੰਬਰਸ। 0 ਪਲੱਸ ਨੈਚੁਰਲ ਨੰਬਰ ਦਾ ਮਤਲਬ ਇਹ ਨਹੀਂ ਹੈ ਤੁਸੀਂ ਸਾਰੇ ਨੈਚੁਰਲ ਨੰਬਰਸ 'ਚ 0 ਐਡ ਕਰੋਗੇ। ਮਤਲਬ ਕੀ ਆ, ਇਹਦਾ ਮੈਂ ਮੀਨਿੰਗ ਦੱਸ ਦਿੰਦਾ ਵੀ 0 1 2 3 ਐਂਡ ਸੋ ਔਨ। मतलब नेचुरल नंबर से विच जे एक्स्ट्रा नंबर 0 आ जाए देन इट विल बिकम्स होल नंबर। नाउ व्हाट अबाउट इंटीजर्स। इंटीजर्स की अगली फॉर्म आ गई, ਉਹਦੇ ਵਿੱਚ ਕੀ ਹੈ ਆਪਣੇ ਕੋਲੇ ਇੱਕ 0 1 2 ਐਂਡ ਸੋ ਔਨ। ਇਹ ਨੰਬਰਸ ਤਾਂ ਆਣੇ ਆਣੇ। ਇਸ ਤੋਂ ਇਲਾਵਾ ਵੀ ਆਰ ਹੈਵਿੰਗ ਹੇਅਰ ਨੈਗੇਟਿਵ ਨੰਬਰਸ ਆਲਸੋ। ਨੈਗੇਟਿਵ ਨੰਬਰਸ ਕਿਹੜੇ ਕਿਹੜੇ ਆ ਰਹੇ ਆਪਣੇ ਕੋਲ -1 -2 ਐਂਡ ਸੋ ਔਨ। ਇਦਾਂ ਦੇ ਮਤਲਬ ਨੈਗੇਟਿਵ ਨੰਬਰ, ਪੋਜ਼ਿਟਿਵ ਨੰਬਰ ਤੇ 0, ਇਹ ਸਾਰੇ ਕੀ ਨੇ ਆਪਣੇ ਕੋਲ, ਥੀਸ ਆਰ ਇੰਟੀਜਰਸ। ਉਸ ਤੋਂ ਬਾਅਦ ਆਉਂਦੀ ਨੰਬਰ ਲਾਈਨ। ਨੰਬਰ ਲਾਈਨ ਦੀ ਗੱਲ ਕਰਦੇ ਹਾਂ, ਇਹਨੂੰ ਆਪਾਂ ਨੰਬਰ ਲਾਈਨ ਨੂੰ ਰੀਅਲ ਐਕਸਿਸ ਵੀ ਬੋਲਦੇ ਹਾਂ। ਨੰਬਰ ਲਾਈਨ ਇੱਕ ਉਹ ਲਾਈਨ ਆ ਜਿਹਦੇ ਉੱਪਰ ਆਪਾਂ ਹਰ ਤਰ੍ਹਾਂ ਦਾ ਨੰਬਰ, ਚਾਹੇ ਉਹ ਫ੍ਰੈਕਸ਼ਨ ਦੇ ਵਿੱਚ ਆ, ਚਾਹੇ ਉਹ ਸਿੰਪਲ ਫਾਰਮ ਦੇ ਵਿੱਚ ਆ, ਚਾਹੇ ਉਹ ਨੈਚੁਰਲ ਆ, ਹੋਲ ਆ, ਵਟਐਵਰ ਕੋਈ ਵੀ ਨੰਬਰ ਆ ਉਹਨੂੰ ਆਪਾਂ ਰਿਪਰੈਜ਼ੈਂਟ ਕਰ ਸਕਦੇ ਹਾਂ, ਉਹਨੂੰ ਬੋਲਦੇ ਨੰਬਰ ਲਾਈਨ। ਸੋ ਨੰਬਰ ਲਾਈਨ ਨੂੰ ਵੈਸੇ ਆਪਾਂ ਮਤਲਬ ਜਨਰਲ ਫਾਰਮ 'ਚ ਇੱਦਾਂ ਲਿਖਦੇ ਨੇ, ਇੱਥੇ 0 ਹੁੰਦੀ ਹੈ, ਇੱਥੇ 1 2, ਇੱਥੇ ਹੁੰਦਾ -1 -2, ਇੱਥੇ ਆਪਾਂ ਡਾਟਸ ਪਾ ਦਿੰਦੇ ਹਾਂ ਇੱਦਾਂ, ਠੀਕ ਹੈ। ਇਹਦਾ ਮਤਲਬ ਆ ਜੋ ਦੋ ਐਰੋਜ਼ ਪਏ ਆ, ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀ ਲਾਈਨ ਹੈ ਨਾ ਇਹ ਇਨਫਾਈਨਾਈਟ ਲਾਈਨ ਹੈ। ਮਤਲਬ ਕੀ ਹੈ, ਇਨਫਾਈਨਾਈਟ ਲਾਈਨ ਦਾ ਮਤਲਬ ਕੀ ਹੈ ਵੀ ਇਹਨਾਂ ਨੰਬਰਸ ਦੀ ਨੰਬਰ ਲਾਈਨ ਦੇ ਉੱਪਰ ਇਹਨਾਂ ਨੰਬਰਸ ਦਾ ਨਾ ਕੋਈ ਸਟਾਰਟਿੰਗ ਪੁਆਇੰਟ ਹੈ ਨਾ ਕੋਈ ਐਂਡ ਪੁਆਇੰਟ ਹੈ, ਠੀਕ ਹੈ। ਸਟਾਰਟਿੰਗ ਪੁਆਇੰਟ ਵੀ ਕੋਈ ਨਹੀਂ, ਐਂਡ ਪੁਆਇੰਟ ਵੀ ਕੋਈ ਨਹੀਂ, ਦੋਨੋਂ ਸਾਈਡ ਇਨਫਿਨਿਟੀਜ਼ ਆਪਾਂ ਯੂਜ਼ ਕਰਦੇ ਪਏ। ਨੈਕਸਟ ਆਉਂਦੀ ਹੈ ਜੀ ਆਪਣੇ ਕੋਲ ਡੈਫੀਨੇਸ਼ਨ ਆਫ ਰੈਸ਼ਨਲ ਨੰਬਰ। ਰੈਸ਼ਨਲ ਨੰਬਰ ਤੁਸੀਂ 8th ਕਲਾਸ ਵਿੱਚ ਪੜ੍ਹ ਕੇ ਆਏ ਹੋ, ਹੁਣ ਇੱਕ ਵਾਰ ਦੁਬਾਰਾ ਦੇਖੋ। ਰੈਸ਼ਨਲ ਨੰਬਰ ਪਹਿਲੀ ਗੱਲ ਇਹ p/q ਫਾਰਮ ਦੇ ਹੁੰਦੇ, ਠੀਕ ਹੈ। ਰੈਸ਼ਨਲ ਨੰਬਰਸ p/q ਫਾਰਮ 'ਚ ਲਿਖੇ ਜਾਂਦੇ ਆ, ਫਸਟ ਥਿੰਗ। ਦੂਸਰਾ ਹੋਊਗਾ ਇਹਦੇ ਵਿੱਚ ਵੀ ਜੋ q ਹੈ ਉਹ ਕਦੇ ਵੀ 0 ਨਹੀਂ ਹੋ ਸਕਦੀ, q कैन नॉट बी इक्वल टू 0। थर्ड रिजल्ट आएगा p, q 1। ਇਹਨਾਂ ਦੋਨਾਂ ਦਾ HCF ਕਿੰਨਾ ਹੋਊਗਾ, ਹਮੇਸ਼ਾ 1 ਆਊਗਾ। ਮਤਲਬ HCF 1 ਆਉਣ ਦਾ ਮਤਲਬ ਕੀ ਆ ਵੀ ਇਹਨਾਂ ਦੋਨਾਂ ਦੇ ਵਿੱਚ ਕਾਮਨ ਕੁਝ ਨਹੀਂ ਨਿਕਲੂਗਾ, ਠੀਕ ਹੈ। ਜਿਵੇਂ ਹੁਣ ਮੈਂ ਗੱਲ ਕਰ ਲਾਂ ਕੋਈ ਨੰਬਰ ਲੈ ਲੈਣਾ ਆਪਾਂ 2 ਦੇ 4, ਹੁਣ 2 ਦੇ 4 ਦੋਨਾਂ ਤੋਂ ਜੇ ਮੈਂ 2 ਕਾਮਨ ਕੱਢ ਸਕਦਾ 1 ਤੇ 2 ਰਹਿ ਜਾਊਗਾ, 2 ਦੇ 4 ਚੋਂ ਮੈਂ 2 ਕਾਮਨ ਕੱਢ ਸਕਦਾ। ਮਤਲਬ ਇਹ ਮੇਰਾ ਜਿਹੜਾ ਨੰਬਰ ਹੈ ਆ p ਆ q ਆ, ਇਹ ਨੰਬਰ ਰੈਸ਼ਨਲ ਨਹੀਂ ਹੈਗਾ ਕਿਉਂਕਿ ਇਹ 'ਚੋਂ 2 ਕਾਮਨ ਨਿਕਲਦਾ ਹੈ। ਉਹ ਸਾਰੇ ਨੰਬਰ ਜਿਨ੍ਹਾਂ 'ਚੋਂ ਸਿਰਫ 1 ਕਾਮਨ ਨਿਕਲੇ ਉਹ ਸਾਰੇ ਨੰਬਰਸ ਕੀ ਨੇ, ਰੈਸ਼ਨਲ ਨੰਬਰਸ। ਉਸ ਤੋਂ ਬਾਅਦ ਇੱਕ ਲਾਸਟ ਕੰਡੀਸ਼ਨ ਜਿਹੜੀ ਜ਼ਰੂਰੀ ਹੈ ਵੀ p ਐਂਡ q both are ਇੰਟੀਜਰਸ। p ਤੇ q ਦੋਨੋਂ ਕੀ ਹੋਣੇ ਚਾਹੀਦੇ ਆਪਣੇ ਕੋਲ, ਇੰਟੀਜਰ ਹੋਣੇ ਚਾਹੀਦੇ। ਇੰਟੀਜਰ ਕਿਹੜੇ ਸੀ ਆਪਣੇ ਕੋਲ, ਆਹ ਵਾਲੇ ਨੰਬਰਸ ਨੈਗੇਟਿਵ, ਪੋਜ਼ਿਟਿਵ ਤੇ 0, ਇਹ ਸਾਰੇ ਨੰਬਰਸ, ਠੀਕ ਹੈ। ਇੱਕ ਚੀਜ਼ ਹੋਰ ਆ ਜੀ, ਇੰਟੀਜਰਸ ਦੀ ਨੋਟੇਸ਼ਨ ਕਈ ਵਾਰ ਉਹਨਾਂ ਨੇ ਇਹ ਵੀ ਯੂਜ਼ ਕੀਤੀ ਹੁੰਦੀ ਆ i, ਠੀਕ ਹੈ। ਹੁਣ ਆਉਂਦੀ ਹੈ ਇਕੁਇਵਲੈਂਟ ਰੈਸ਼ਨਲ ਨੰਬਰ। ਇਕੁਇਵਲੈਂਟ ਦਾ ਮਤਲਬ ਕਿ ਜਿਹੜੇ ਦੇਖਣ ਨੂੰ ਸੇਮ ਲੱਗਣ। ਦੇਖਣ ਨੂੰ ਸੇਮ ਕਿੱਦਾਂ ਦੇ ਨੰਬਰ ਹੋਣਗੇ, ਦੇਖੋ 2/4, ਠੀਕ ਹੈ, 1/2, ਉਸ ਤੋਂ ਬਾਅਦ 8/16, ਉਸ ਤੋਂ ਬਾਅਦ ਤੁਸੀਂ ਕੀ ਲਿਖ ਸਕਦੇ ਹੋ 5/10। ਇਹ ਉਹ ਸਾਰੇ ਨੰਬਰਸ ਨੇ ਜਿਹੜੇ ਕੀ ਹੈ ਇਕੁਇਵਲੈਂਟ ਨੇ। ਇਕੁਇਵਲੈਂਟ ਕਿਉਂ ਕਹਿੰਦੇ ਆ ਇਹਨਾਂ ਨੂੰ ਆਪਾਂ, ਕਿਉਂਕਿ ਜਦੋਂ ਇਹਨੂੰ ਕ੍ਰਾਸ ਕਰੋਗੇ, ਕੱਟੋਗੇ ਤੁਸੀਂ ਇਹਨੂੰ 2 ਦੇ ਟੇਬਲ ਤੇ ਕੈਂਸਲ ਆਊਟ ਕਰੋਗੇ ਤਾਂ ਤੁਹਾਡਾ ਆਨਸਰ ਹਰ ਵਾਰ ਕਿੰਨਾ ਆਏਗਾ, 1/2 ਹੀ ਆਊਗਾ ਹਰ ਵਾਰ ਆਨਸਰ। ਚੈੱਕ ਕਰ ਸਕਦੇ ਹੋ ਇਦਾਂ ਦੇ ਬਹੁਤ ਸਾਰੇ ਨੰਬਰਸ ਨੇ, ਸਿਰਫ ਇਹੀ ਨਹੀਂ ਹੈਗੇ, ਬਹੁਤ ਸਾਰੇ ਨੰਬਰਸ ਨੇ ਇਦਾਂ ਦੇ ਜਿਨ੍ਹਾਂ ਨੂੰ ਕੈਂਸਲ ਆਊਟ ਕਰਾਂਗੇ ਤੇ ਆਪਣਾ ਜੋ ਆਨਸਰ ਆ ਇਟ ਵਿਲ ਬੀ 1/2
2 ओनली। ठीक है जी, आई होप सो इट इज क्लियर टू यू। सिंपलेस्ट फॉर्म का मतलब की होंगे, सपोज कर लो कोई नंबर है 35/25, ਇਹਨੂੰ ਸਿੰਪਲੈਸਟ ਫਾਰਮ ਚ ਕਨਵਰਟ ਕਰਨ ਦਾ ਮਤਲਬ ਕੀ ਹੈ ਵੀ ਇਹਨੂੰ ਆਪਾਂ ਇੰਨਾ ਸੋਲਵ ਕਰ ਦਈਏ ਵੀ ਉੱਪਰ ਨੀਚੇ ਵਾਲੇ ਕੈਂਸਲ ਹੋਣੇ ਬੰਦ ਹੋ ਜਾਣ ਆਪਣੇ, ਮਤਲਬ ਕੱਟੇ ਨਾ ਜਾਣ ਨੈਕਸਟ। ਤਾਂ 5 ਦੀ ਟੇਬਲ ਤੇ ਟਰਾਈ ਕਰ ਲੈਂਦੇ ਆ, ਇਟ ਵਿਲ ਬੀ 7/5। ਹੁਣ ਦੇਖੋ ਰਾਜੀ ਨਾ ਤਾਂ 7 ਦੇ ਟੇਬਲ ਤੇ 5 ਆਉਂਦਾ ਤੇ ਨਾ ਹੀ 5 ਦੇ ਟੇਬਲ ਤੇ 7 ਆਉਂਦਾ। ਸੋ ਸਿੰਪਲੈਸਟ ਫਾਰਮ ਇੱਥੇ ਆ ਕੇ ਆਪਣੀ ਕੰਪਲੀਟ ਹੋ ਜਾਂਦੀ ਹੈ। ਇਹ ਸੀਗੀ ਰਾਜੀ ਇੰਟਰੋਡਕਸ਼ਨ ਤੁਹਾਡੀ ਐਕਸਰਸਾਈਜ਼ 1 ਦੇ ਲਈ ਨੰਬਰ ਸਿਸਟਮ ਦੇ ਵਿੱਚੋਂ। ਇੱਕ ਚੀਜ਼ ਹੋਰ ਦੱਸ ਦਿੰਦਾ ਰਾਜੀ, ਨੰਬਰ ਸਿਸਟਮ ਦੇ ਵਿੱਚ ਆਪਾਂ ਗੱਲ ਕਰਾਂਗੇ ਇਰੈਸ਼ਨਲ ਨੰਬਰਸ ਦੀ, ਇਰੈਸ਼ਨਲ ਨੰਬਰਸ ਦੀ ਵੀ ਗੱਲ ਕਰਾਂਗੇ ਤੇ ਜੋ ਆਪਣੇ ਕੋਲ ਇਰੈਸ਼ਨਲ ਨੰਬਰ ਹੁੰਦੇ ਆ ਥੋੜਾ ਜਿਹਾ ਦੱਸ ਦਿੰਦਾ ਉਹਦੇ ਬਾਰੇ। ਇਰੈਸ਼ਨਲ ਨੰਬਰ ਜਿਹੜੇ ਹੁੰਦੇ ਆ ਨਾ ਫਿਰ ਉਹ ਹੁੰਦੇ ਆ ਰੂਟ p ਫਾਰਮ ਦੇ। ठीक है जी, तो जी p है वो अपनी की होंगी वो बिलोंग करती है होल नंबर से। आ जो साइन है इसका मतलब होता बिलोंग करना मतलब भी p की जगह पे आप की फिल कर सकते हैं, सिर्फ होल नंबर्स फिल कर सकते हैं। होल नंबर्स किहड़े सी अपने को जेडे 0 तो स्टार्ट हो गए इनफाइनाइट नंबर्स कवर होंगे। ठीक है जी, सो ये हो गया अपने इरैशनल नंबर्स। इरैशनल नंबर्स ਨੂੰ डिफाइन सब तो पहले किने कीता सी, ਲੱਭੇ किने सी नंबर्स, ਉਹਦਾ ਨਾਮ ਆ ਮੈਥਮੈਟੀਸ਼ੀਅਨ ਪਾਈਥਾਗੋਰਸ। ठीक है, तुम पाइथागोरस बारे पढ़िया होना ना, 7th क्लास भी पढ़ी हो, 7th क्लास पाइथागोरस के रिजल्ट वगैरह पढ़े हुए, ट्रायंगल्स वगैरह के ऊपर या ऑल दैट थिंग्स। तो पाइथागोरस एक मैथमैटिशियन है जिन्हें सब तो पहला इरैशनल नंबर के ऊपर खोज की थी। उस तो बाद ये ऊपर खोज करने वाला नैक्सट परसन सीगा रामानुजन। रामानुजन इंडियन मैथमैटिशियन है, उन्हें भी ऊपर खोज की है। उन्हें पाई दी वैल्यूज में इनफाइनाइट डेसीमल तक मतलब मिलियन डेसीमल तक वैसे उन्हें कैलकुलेट की थी पाई की वैल्यू। ठीक है जी, so a introduction part see, now let us move on the exercise questions. As you all can see here, question number 1 statement is 0 is a rational number, can you write it in the form of p by q? p and q both are integers and q should be non-zero। वो ये कह रहा है भी 0 जो है वो रैशनल नंबर हैगी आ या नहीं है, पहला तो ये दसना आप उन्होंने, जे हैगी आ तो आप p by q फॉर्म च लिख सकते हैं। ये दसना आप p ते q दोनों इंटीजर होने चाहिए पहली गल, तो q 0 के इक्वल कदे नहीं होनी चाहिए। ठीक है जी, ये कंडीशन दोनों सैटिस्फाइड करते हुए आप आंसर करते हैं। सी है देखो अपन बहुत छोटी क्लासेस मे भी 4th 5th क्लास ही दस देंगे टीचर्स अपन भी 0 अपॉन समथिंग इज 0 ऑलवेज, मतलब की है जो आप 0 के नीचे कोई भी नंबर लिखते हैं तो ऑलवेज की होंगे वो 0 ही होंगे। तो मैं 0 लिख सकता 0 अपॉन 1, ਤੁਸੀਂ ਇੱਥੇ 1 ਦੀ ਜਗ੍ਹਾ ਕੋਈ ਵੀ ਨੰਬਰ ਰਿਪਲੇਸ ਕਰ ਸਕਦੇ ਹੋ, ਕੋਈ ਵੀ ਪੋਜ਼ਿਟਿਵ ਨੰਬਰ ਕੋਈ ਵੀ ਨੈਗੇਟਿਵ ਨੰਬਰ। ਠੀਕ ਹੈ, ਕੋਈ ਵੀ ਨੰਬਰ ਇੱਥੇ ਰਿਪਲੇਸ ਕਰ ਦਿਓ 0 ਅਪੋਨ ਸਮਥਿੰਗ। ਓਕੇ 0 ਅਪੋਨ 1 ਲਿਖਤਾ। ਠੀਕ ਹੈ, ਹੁਣ ਆਪਾਂ ਕੰਡੀਸ਼ਨ ਚੈੱਕ ਕਰਦੇ ਹਾਂ। पहली कंडीशन सी कि वो p by q फॉर्म का हो गई। यस, अब p by q फॉर्म ही है, एक ऊपर p है नीचे q है। ओके, नेक्स्ट कंडीशन की है p ते q इंटीजर होने चाहिए। देखो 0 भी इंटीजर ਦੇ ਵਿੱਚ ਆਂਦੀ ਹੈ ਤੇ 1 ਵੀ ਇੰਟੀਜਰ ਦੇ ਵਿੱਚ ਆਂਦਾ ਵਾ, ਇਹ ਵੀ ਕੰਡੀਸ਼ਨ ਹੋਲਡ ਹੋਗੀ। नेक्स्ट कंडीशन की है q 0 नहीं होनी चाहिए, तो q की वैल्यू है कितनी है 1, ਤੇ 1 ਕਦੇ ਵੀ 0 ਦੇ ਇਕੁਅਲ ਨਹੀਂ ਹੁੰਦਾ। ਤਾਂ ਇਹਦਾ ਆਨਸਰ ਕੀ ਹੋਊਗਾ ਯੈਸ। ਇੱਥੇ ਇਹ ਕੁਐਸਚਨ ਕੰਪਲੀਟ ਹੋ ਜਾਂਦਾ ਫਸਟ। ਨਾਓ ਆਫਟਰਵਰਡਸ सेकंड क्वेश्चन देखते हैं, फाइंड 6 रैशनल नंबर्स बिटवीन 3 and 4। बेटा इतना बढ़िया ट्रिक कराऊंगा ये क्वेश्चन का, सब तो ईजी ट्रिक करवाऊंगा ਤੁਹਾਨੂੰ ਇਹ क्वेश्चन ईजी लगन लग जाना। ठीक है, वैसे ਇਹਦਾ प्रोसीजर ਜਿਹੜਾ ਹੈਗਾ ਵਾ 1.5-2 पेज ਦਾ ਹੈ। ਜੇ ਤੁਸੀਂ ਇਹਨੂੰ ਵੈਸੇ क्वेश्चन ਨੂੰ ਕਰੋ ਬੁੱਕ ਦੇ ਵਿੱਚ ਕਿਸੇ ਵੀ ਬੁੱਕ 'ਚ ਫਾਰਮੂਲਾ ਦੇਖ ਲਓ, ਚਾਹੇ ਉਹ ਮਾਡਰਨ ਦੀ ਬੁੱਕ ਆ ਚਾਹੇ ਉਹ NCERT ਹੈ ਜਾਂ NCERT ਐਗਜ਼ਾਮਪਲਰ ਆ, ਕਾਫੀ ਟਫ ਫਾਰਮੂਲੇ ਦਿੱਤੇ ਹੋਏ ਇਹਨਾਂ ਦੇ। ਆਪਾਂ ਇੱਥੇ ਈਜ਼ੀ ਮੈਥਡ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਫੋਕਸ ਹੋਣਾ ਚਾਹੀਦਾ ਇੱਥੇ। ठीक है, तुझे एक तो ये चीज़ देखनी है भी 6 रैशनल नंबर की गल की है भी ये आप लिखने हैं। दूसरा थोड़ा फोकस होना चाहिए इन्हों के डिनोमीनेटर्स से। हम जिमें इतने 2 नंबर का 3 ते 4, तो इन्होंने नीचे by 1 आप लिख सकते, कोई फर्क नहीं पैंता। 3/1 3 होंगे वा, 4/1 4 ही होंगे वा। डिनोमीनेटर नीचे वाले नंबर सेम होने जरूरी है, पहली चीज़। ठीक है जी, सो आफ्टर डूइंग दिस इन्ना काम करने तो बाद हम अपना काम किया, वैसे डिनोमीनेटर सेम आई गया, अपना क्वेश्चन ईजी हो गया। रैशनल नंबर कितने फाइंड करने हैं आप 6 फाइंड करने हैं। n की वैल्यू कितनी होगी 6, ये लेट कर लो, लेट n इज इक्वल्स टू 6 भी 6 नंबर आप फाइंड करने हैं। तो जो राजे अपने को n प्लस 1 होगा, n प्लस 1 वो कितना आ जाएगा 6 प्लस 1 इट विल बी इक्वल टू
7 ਹੁਣ ਤੁਹਾਡਾ ਕੰਮ ਕਿੰਨਾ ਵਾ ਇੱਕ ਆ ਨੰबर पे ਇੱਕ ਨੰबर पे ਤੁਹਾਡਾ ਇੱਥੇ ਇਹਨੂੰ ਮਲਟੀਪਲਾਈ ਕਰ ਦੋ 7 ਨਾਲ ਤੇ ਡਿਵਾਈਡ ਕਰ ਦੋ 7 ਨਾਲ ਕੋਈ ਫਰਕ ਨਹੀਂ ਪੈਣਾ 7 ਨਾਲ 7 ਕੱਟਿਆ ਨਾ ਪਹਿਲਾਂ 3 ਰਹਿ ਜੂਗਾ ਇੱਥੇ ਆਪਣੇ ਕੋਲ ਉਦਾਂ ਹੀ ਇੱਥੇ 4 ਨੂੰ ਮਲਟੀਪਲਾਈ ਕਰ ਦੋ 7 ਨਾਲ ਡਿਵਾਈਡ ਵੀ ਕਰ ਦੋ 7 ਨਾਲ 7 ਕੱਟਿਆ ਹੀ ਜਾਣਾ ਕੱਲਾ 4 ਹੀ ਰਹਿ ਜਾਣਾ ਆਪਣੇ ਕੋਲ ਠੀਕ ਹੈ ਸੋ ਇੰਨੀ ਚੀਜ਼ ਕਲੀਅਰ ਹੋ ਗਈ ਇਹ ਹੋ ਜੂਗਾ ਆਪਣੇ ਕੋਲ 21/7 ਤੇ ਇਹ ਹੋ ਜੂਗਾ ਆਪਣੇ ਕੋਲ 28/7 ਆਈ ਹੋਪ ਸੋ ਦਿਸ ਇਜ਼ ਕਲੀਅਰ ਟੂ ਯੂ ਹੁਣ ਇਹਨਾਂ ਦੋਨਾਂ ਦੇ ਵਿੱਚ ਜਿਹੜੇ ਨੰਬਰਸ ਆਉਂਦੇ ਆ ਉਹ ਲਿਖਣੇ ਆ ਕਿਵੇਂ ਲਿਖਣੇ ਸਿੱਧੇ ਲਿਖਣੇ ਆ 21 ਤੋਂ ਬਾਅਦ ਨੰਬਰ ਕਿਹੜਾ ਹੁੰਦਾ 22/7 ਲਿਖ ਦੋ ਫਿਰ 23/7 ਲਿਖ ਦੋ ਫਿਰ 24/7 25/7 26/7 27/7 28/7 ਆਪਣੇ ਕੋਲ ਆਲਰੇਡੀ ਹੈਗਾ ਹੀ ਇੱਥੇ ठीक है ये कितने हो गए 1 2 3 4 5 6 नंबर्स हो गए ना इतने अपने को सो दिस विल बी द आंसर ऑफ योर क्वेश्चन ये ਤੁਹਾਡੇ क्वेश्चन ਦਾ ਕੀ ਹੈ ਆਨਸਰ ਹੈ ਤੁਸੀਂ ਇਹ क्वेश्चन ਨੂੰ ਇਦਾਂ ਸੋਲਵ ਕਰਨਾ ਹੈ ਆਈ ਹੋਪ ਸੋ ਦਿਸ क्वेश्चन इज क्लियर टू यू नहीं क्लियर ਹੋਇਆ ਤਾਂ ਵੀਡੀਓ ਰਿਵਾਈਂਡ ਕਰਕੇ बैक करके या पॉज करके व्हाटएवर यू लाइक ਤੁਸੀਂ ਉਹਨੂੰ ਪੌਜ਼ ਕਰਕੇ ਬਾਰ-ਬਾਰ ਸੁਣ ਲਓ ਇਹ ਮੈਥਡ ਬਹੁਤ ਇੰਪੋਰਟੈਂਟ ਹੈ ਤੁਹਾਡਾ ਥਰੂ ਆਊਟ ਕੰਮ ਆਉਣ ਵਾਲਾ ਮੈਥਡ ਹੈ ਠੀਕ ਹੈ ਜੀ ਸੋ ਆਈ ਹੋਪ ਸੋ ਦਿਸ ਇਜ਼ ਕਲੀਅਰ ਟੂ ਯੂ ਆਲ ਮੈਥਡ ਕਲੀਅਰ ਹੋ ਗਿਆ ਹੋਣਾ now let us move on to the next one so we are here with a new question find 5 rational number between 3/5 and 4/5 3/5 ਤੇ 4/5 ਦੇ ਵਿੱਚ ਆਪਾਂ 5 ਰੈਸ਼ਨਲ ਨੰਬਰਸ ਲੱਭਣੇ ਆ ਬੇਟਾ ਮੈਂ ਤੁਹਾਨੂੰ ਕਿਹਾ ਸੀ ਦੋ ਚੀਜ਼ਾਂ ਦੇ ਉੱਪਰ ਆਪਾਂ ਫੋਕਸ ਕਰਾਂਗੇ ਦੇਖਦੇ ਹਾਂ ਕਿਹੜੀਆਂ ਦੋ ਚੀਜ਼ਾਂ ਸੀ बेटा जिन्होंने प्रीवियस क्वेश्चन क्लीयर नहीं होया ये वाला क्वेश्चन ध्यान नाल देख लो ठीक है सो आई होप सो ये क्लीयर हो जाए सब तो पहला काम की है तुसी फोकस करना है भी नंबर्स कितने फाइंड करने हैं दूसरा ਤੁਹਾਡਾ ਕੰਮ ਕੀ ਹੈ ਤੁਸੀਂ ਫੋਕਸ ਕਰਨਾ ਹੈ ਡਿਨੋਮੀਨੇਟਰ ਦੇ ਉੱਪਰ ਸੋ ਡਿਨੋਮੀਨੇਟਰ ਜੇ ਆਪਾਂ ਦੇਖੀਏ ਤਾਂ ਦੋਨਾਂ ਦਾ ਡਿਨੋਮੀਨੇਟਰ ਸੇਮ ਆ ਸੇਮ ਕਰਨ ਦੀ ਆਪਾਂ ਨੂੰ ਜ਼ਰੂਰਤ ਨਹੀਂ ਪਈ ਇਸ क्वेश्चन ਦੇ ਵਿੱਚ ਠੀਕ ਹੈ ਸੋ ਇਹਦਾ ਮਤਲਬ ਜੋ ਹੁਣ ਆਪਾਂ ਫਾਈਂਡ ਕਰਨਾ ਲੈਟ ਕਰ ਲਓ n is equal to 5 ਰੈਸ਼ਨਲ ਨੰਬਰ ਹੈ ਤਾਂ 5 ਹੋ ਜਾਊਗਾ तो n plus 1 वो कितना आएगा अपने को 5 plus 1 is equal to 6 नेक्स्ट क्राइटेरिया की है 3/5 into 6/6 इस तो बाद इतने आएगा 4/5 इन्हें भी करांगे अपन 6/6 ना ठीक है जी ये कितना आ गया अपने को 18/30 and this will becomes 24/30 18/30 तो अपन 24/30 तक जाना है जावांगे कि नहीं अपन वही क्राइटेरिया 19 20 21 22 23/30 चेक कर लो 5 रैशनल नंबर्स पूरे दे विच अपने कोल आ चुके हैं सिंपल क्राइटेरिया वा इजी क्राइटेरिया वा फॉलो करो बेटा इस क्राइटेरिया में ताकि तुहानू क्वेश्चन करने दे विच आसानी रहे ठीक है so I hope so this criteria is clear to you all now let us move on to the next one देखते हैं next question की है maybe as you can see on the board fourth question is every natural number is a whole number पहला तो ये दसना वा भी ट्रू है या फॉल्स है ठीक है नेक्स्ट पार्ट भी इतना ही है एवरी इंटीजर इज अ होल नंबर ये दसना वा भी ट्रू फॉल्स है या नहीं वटएवर एवरी रैशनल नंबर इज अ होल नंबर ये भी आप चेक कर लेने वैसे तो डेफिनेशन ਜਿਹੜੇ ਬੱਚਿਆਂ ਨੇ ਧਿਆਨ ਨਾਲ ਇੰਟਰੋਡਕਸ਼ਨ ਸੁਣੀ ਆ ਉਹਨਾਂ ਨੂੰ ਇਹਦੇ ਆਨਸਰ ਡਾਇਰੈਕਟਲੀ ਪਤਾ ਹੀ ਹੋਣਗੇ ਠੀਕ ਹੈ ਤੇ ਜਿਨ੍ਹਾਂ ਨੇ ਹਾਲੇ ਵੀ ਇੰਟਰੋਡਕਸ਼ਨ ਨਹੀਂ ਸੁਣੀ ਹੋਈ ਪ੍ਰੋਪਰ ਤਰੀਕੇ ਨਾਲ ਨਹੀਂ ਸੁਣਿਆ ਉਹ ਦੇਖੋ ਧਿਆਨ ਨਾਲ ਨੈਚੁਰਲ ਨੰਬਰਸ ਕੀ ਸੀ ਆਪਣੇ ਕੋਲ 1 2 3 ਐਂਡ ਸੋ ਹੋਲ ਨੰਬਰਸ ਕੀ ਸੀ ਆਪਣੇ ਕੋਲ 0 1 2 3 ਸੋ ਇਹ ਸੀਗੇ ਆਪਣੇ ਕੋਲ ਨੈਚੁਰਲ ਇਹ ਸੀਗੇ ਹੋਲ ਨੰਬਰ ਤਾਂ ਹਰ ਇੱਕ ਨੈਚੁਰਲ ਨੰਬਰ ਜਿੰਨੇ ਵੀ ਨੈਚੁਰਲ ਨੰਬਰ ਹੋਲ ਨੰਬਰ ਨੇ ਤਾਂ ਕਵਰ ਕੀਤੀ ਹੋਏ ਆ मतलब की है भी नैचुरल नंबर ਜਿਹੜੇ ਹੈਗੇ ਆ ਉਹ ਛੋਟੇ ਆ ਸਬਸੈਟ ਆ ਹੋਲ ਨੰਬਰ ਦਾ ਇਹਨੂੰ ਬੋਲਦੇ ਆ ਆਪਾਂ ਬੇਟਾ ਸਬਸੈਟ ਠੀਕ ਹੈ ਸਬਸੈਟ ਦਾ ਮਤਲਬ ਹੁੰਦਾ ਵਾ ਵੀ ਆ ਵੱਡਾ ਵਾ ਆ ਵਾਲਾ ਜਿਹੜਾ ਸੈਟ ਆ ਉਹ ਸਾਰਾ ਇਹਦੇ ਵਿੱਚ ਆਉਂਦਾ ਕਹਿਣ ਦਾ ਮਤਲਬ ਇਹ ਹੈ ਸਬਸੈਟ ਦਾ ਮਤਲਬ ਇਹ ਹੁੰਦਾ ਵਾ ਵੀ ਇਹਦੇ ਚ ਜਿੰਨੇ ਵੀ ਨੰਬਰ ਆ ਉਹ ਸਾਰੇ ਇਹਦੇ ਚ ਆਉਂਦੇ ਠੀਕ ਹੈ ਤਾਂ ਇਹਦਾ ਆਨਸਰ ਤਾਂ ਯੈਸ ਆ ਗਿਆ नेक्स्ट आता है एवरी इंटीजर इज अ होल नंबर फिर इंटीजर लिखो -1 0 1 2 3 एंड सो ऑन -2 आ सके इंटीजर होल नंबर कितने 0 1 2 3
ਇੱਥੇ ਆ ਕੇ ਕੰਮ ਉਲਟਾ ਹੋ ਗਿਆ ਆਪਣਾ। ਉਲਟਾ ਕੰਮ ਕੀ ਹੋ ਗਿਆ ਇੱਥੇ, ਜਿਹੜੇ ਹੋਲ ਨੰਬਰ ਆ ਉਹ ਸਬਸੈਟ ਆ ਰੈਸ਼ਨਲ ਨੰਬਰਸ। ਰੈਸ਼ਨਲ ਨੰਬਰਸ ਨੂੰ ਬੇਟਾ ਹਮੇਸ਼ਾ ਆਪਾਂ ਕਿਉ ਨਾਲ ਡਿਨੋਟ ਕਰਾਂਗੇ, ਠੀਕ ਹੈ। ਰੈਸ਼ਨਲ ਨੰਬਰਸ ਆਰ ਡਿਨੋਟਡ ਬਾਈ ਕਿਉ, ਮੈਂ ਸ਼ਾਇਦ ਪਹਿਲਾਂ ਨਹੀਂ ਦੱਸਿਆ ਹਾਂ। ਓਕੇ, ਰੈਸ਼ਨਲ ਨੰਬਰਸ ਜਿੰਨੇ ਵੀ ਆ ਉਹ ਸਾਰੇ ਹੋਲ ਨੰਬਰ ਨੂੰ ਕਵਰ ਕਰਦੇ ਆ, ਪਰ ਇਹ ਪੁੱਛ ਰਿਹਾ ਵਾ ਵੀ ਐਵਰੀ ਇੰਟੀਜਰ ਇਜ਼ ਅ ਹੋਲ ਨੰਬਰ। ਜਸਟ ਅ ਮਿੰਟ, ਇੱਥੇ ਇੰਟੀਜਰ ਦੀ ਗੱਲ ਹੋਈ ਹੈ ਤਾਂ ਇੰਟੀਜਰ ਲਿਖ ਲੈਂਦੇ ਆਪਾਂ, ਠੀਕ ਹੈ। ਇੰਟੀਜਰਸ ਆਪਣੇ ਕੋਲ ਨੈਗੇਟਿਵ, ਪੋਜ਼ਿਟਿਵ, ਜ਼ੀਰੋ ਸਾਰੇ ਨੰਬਰਸ ਆ। ਹੋਲ ਨੰਬਰਸ ਆਪਣੇ ਕੋਲ ਸਿਰਫ ਜ਼ੀਰੋ ਤੋਂ ਸਟਾਰਟ ਹੁੰਦੇ ਆ। ਇਹਦਾ ਮਤਲਬ ਇੰਟੀਜਰ ਜ਼ਿਆਦਾ ਵਾ ਤਾਂ ਇਹਦਾ ਪੋਸੀਬਲ ਹੈ ਨਹੀਂਗਾ ਵੀ ਹਰ ਇੱਕ ਇੰਟੀਜਰ ਹੋਲ ਨੰਬਰ ਹੋਵੇ, ਠੀਕ ਹੈ। ਫੋਰ ਐਗਜ਼ਾਮਪਲ ਆਪਾਂ ਕਹਿੰਦੇ ਹਾਂ -2 -2 ਇੱਕ ਇਹੋ ਜਿਹਾ ਨੰਬਰ ਹੈ ਜਿਹੜਾ ਕੀ ਆਪਣੇ ਕੋਲ ਇੰਟੀਜਰ ਤਾਂ ਹੈ ਪਰ ਇਹ ਹੋਲ ਨੰਬਰ ਨਹੀਂ ਹੈ। ਸੋ ਇਹਦਾ ਆਨਸਰ ਆਪਣੇ ਕੋਲ ਕੀ ਆਊਗਾ, ਨੋ। ਤੁਸੀਂ ਇੱਥੇ -2 ਲਿਖ ਕੇ ਨਾਲ ਉਹਦੇ ਲਿਖ ਲਓਗੇ ਨੋ। ਓਕੇ, ਆਫਟਰਵਰਡਸ ਐਵਰੀ ਰੈਸ਼ਨਲ ਨੰਬਰ ਇਜ਼ ਅ ਹੋਲ ਨੰਬਰ। ਰੈਸ਼ਨਲ ਨੰਬਰਸ ਹੋਲ ਨੰਬਰ ਹੈਗੀ ਹੈ ਜਾਂ ਨਹੀਂ ਹੈ। ਰੈਸ਼ਨਲ ਨੰਬਰ ਦੇਖੋ ਜਿੰਨੇ ਵੀ ਨੰਬਰ ਦਾ, ਦੇਖੋ ਰਾਜੇ ਇੱਕ ਚੀਜ਼ ਦੇਖੋ ਜਾਂ ਨਾਲ ਇੰਟੀਜਰਸ ਕੀ ਸੀ ਆਪਣੇ ਕੋਲੇ -2 -1 0 1 2 3। ਜੇ ਮੈਂ ਇਹਨਾਂ ਸਾਰਿਆਂ ਦੇ ਨੀਚੇ 1 1 ਲਗਾ ਲਾਂ ਕੋਈ ਫਰਕ ਨਹੀਂ ਪੈਂਦਾ, 1 1 ਲਗਾਉਣ ਨਾਲ, ਪਰ ਇਹ ਨੰਬਰ ਸਾਰੇ ਬਣ ਕੀ ਗਏ ਆਪਣੇ ਕੋਲ, ਇਹ ਰੈਸ਼ਨਲ ਨੰਬਰ ਬਣ ਗਏ। ਇਹਦਾ ਮਤਲਬ ਜਿੰਨੇ ਵੀ ਇੰਟੀਜਰ ਉਹ ਸਾਰੇ ਰੈਸ਼ਨਲ ਤਾਂ ਹੈਗੇ ਹੀ ਹੈ ਨਾ ਆਪਣੇ ਕੋਲ। ਤੇ ਜਿਹੜੇ ਹੋਲ ਨੰਬਰ ਆ ਉਹ ਕੀ ਆ ਆਪਣੇ ਕੋਲੇ, ਹੋਲ ਨੰਬਰ ਉਹ ਸਾਰੇ ਇੰਟੀਜਰ ਦਾ ਸਬਸੈਟ ਆ। ਇਹਦਾ ਮਤਲਬ ਜਿਹੜੇ ਹੋਲ ਨੰਬਰਸ ਆ ਉਹ ਸਬਸੈਟ ਹੋਣਗੇ ਰੈਸ਼ਨਲ ਦੇ। ਹੋਲ ਨੰਬਰਸ ਆ ਸਬਸੈਟ ਆਫ ਰੈਸ਼ਨਲ ਨੰਬਰ, ਕਿਉਂਕਿ ਰੈਸ਼ਨਲ ਨੰਬਰਸ ਦਾ ਨੈਗੇਟਿਵ ਨੰਬਰ ਵੀ ਆਉਂਦੇ ਆ, ਪੋਜ਼ਿਟਿਵ ਵੀ ਆਉਂਦੇ ਆ, ਜ਼ੀਰੋ ਵੀ ਆਉਂਦੇ ਆ। ਇਹ ਚ ਕੱਲੇ ਜ਼ੀਰੋ ਤੇ ਪੋਜ਼ਿਟਿਵ ਨੰਬਰ ਹੀ ਆਉਂਦੇ ਹੋਲ ਨੰਬਰਸ ਵਿੱਚ। ਸੋ ਦੈਟਸ ਵਾਈ ਇਹਦਾ ਆਨਸਰ ਵੀ ਕੀ ਆਏਗਾ, ਨੋ। ਤੇ ਇਹਦੀ ਐਗਜ਼ਾਮਪਲ ਕੀ ਹੋਊਗੀ, ਤੁਸੀਂ ਐਗਜ਼ਾਮਪਲ ਇਹਦੀ ਕੋਈ ਵੀ ਚੱਕ ਕੇ ਦੇ ਦਿਓ, -1 -2 ਨੈਗੇਟਿਵ ਨੰਬਰ ਇੱਕ, ठीक है। सो हेयर स्टूडेंट्स योर एक्सरसाइज 1.1 इज कंप्लीटेड। 1.1 को इतने कंप्लीट हो जाती है। इंट्रोडक्शन पार्ट भी करवा चुका हूँ मैं। कोई प्रॉब्लम है तो कमेंट कर सकते हो या तुम मैं डायरेक्टली कंटैक्ट भी कर सकते हो। आई विल गिव माई होल इन्फॉर्मेशन ऑन द चैनल आल्सो। तो नाउ लेट अस सी द नेक्स्ट वन। नेक्स्ट एक्सरसाइज कर दी। सो एज यू कैन सी ऑन द बोर्ड 1.2 एक्सरसाइज स्टार्ट करने तो पहले थोड़ी जी इंट्रोडक्शन, थोड़ा जा आप रैशनल नंबरस नूं होर जान लैंदे आ भी रैशनल नंबर एक्चुअली की प्रॉपर्टीज़ होल्ड करते हैं कि नहीं होल्ड करते। 10th क्लास बहुत काम आंदा एक्चुअली ये चीज़ां। 10th क्लास की स्टार्टिंग चैप्टर दे विच बेसिक यही है, तो ये बेसिक जो क्लीयर होंगे दैन यू आर एबल टू सॉल्व इट ईजीली। सो इन्हां चीज़ों नूं बहुत ध्यान नाल सुनिया करो, कंसनट्रेशन नाल सुनिया करो, तो इस चीज़ नूं माइंड 'च रखना भी है, सिर्फ रट्टा ही नहीं मारनी। ट्राई टू ऑब्जर्व द थिंग्स भी चीज़ां की कह रही ने या की कहना चाहदियां ने। सो डेसीमल रिप्रजेंटेशन ऑफ अ रैशनल नंबर, आपको पता डेसीमल का मतलब होंदा पॉइंट, ठीक है। पॉइंट कदों आंदा अपने को, जो आप किसी नंबर को किसी नंबर में डिवाइड करते हैं तो रिमाइंडर जीरो नहीं बचता अपने को। डिवाइड मतलब परफेक्ट डिवाइड नहीं होंगी, कुछ डिजिट्स के नाल आपां पॉइंट्स लगाना स्टार्ट कर देंगे हैं, उहदे लई आपां डेसीमल रिप्रजेंटेशन भी यूज़ करते हैं। सो नाउ लेट अस सी वट दे टेल टू अस। देखो डेसिमल रिप्रेजेंटेशन में दो नंबर यूज किए हैं, ये दो नंबर तुहानूं बहुत कुछ दस के जाएंगे। फर्स्ट नंबर इज 9/8, इन्हों डिवाइड कर दो। दिस इज योर 9 एंड दिस इज योर 8। 8 1 8 1, इतने पॉइंट आ जाएगा, इतने 0 आ जाएगी। 8 1 8, आई राइट हियर 2 एंड पॉइंट लग गया तो 0 लगा सकते हैं। 8 2 16, आई राइट हियर 4, अगेन 1 0 इज देयर। 8 5 4। देखो ये जो मैं डिवाइड इतनी परफॉर्म की है, इसका आंसर आएगा 1.125, ठीक है। 1.125 दे इन ध्यान देखो ये नंबर्स की है, नीचे आके लास्ट से डिवाइड के एंड से क्रॉस लग गया। क्रॉस लग गया मतलब ये डिवाइड खत्म हो गई। ये डिवाइड इदा नहीं है कि खत्म ही नहीं हो रही, चली जाएगी इदा डिवाइड नहीं सी। जे डिवाइड खत्म हो गई तो आप इनू बोलांगे इदा की जो भी नंबर्स आते हैं उन्होंने बोलांगे टर्मीनेट। टर्मीनेट, ठीक है जी, इन्होंने बोलेंगे अपन टर्मीनेट नंबर्स। टर्मीनेट डेसिमल भी बोल सकते हैं अपन, और अपन फाइनाइट वर्ड भी यूज कर सकते हैं। फाइनाइट दो वर्ड जी ये, ठीक है जी। हुण एक चीज बेटा ऑब्जर्व करो, ये एक रैशनल नंबर भी है, ठीक है। ये एक रैशनल नंबर भी लिखा सी 9/8, अपन टर्मीनेट आया। एक चीज और ऑब्जर्व करो भी नंबर टर्मीनेट कदों आंदा, हर बार डिवाइड करने की जरूरत अपन ना पवे। सो बेटर भी अपन पता करिए भी की पैटर्न है। पैटर्न की है, उन्होंने ऑब्जर्वेशन जो की गई है वो ऑब्जर्वेशन ध्यान नाल सुनो मेरी गल। 9/8 इनू आप लिख सकते हैं 9/2 raised to power 3, ठीक है।
मतलब 2 रेज़ टू पावर 3 का मतलब 8 ही होंगे ना, 2 into 2 दैट इज 8, 9/8 आ गया अपने को इत्थे। ਇਹਦਾ मीनिंग की है अपने को भी अपने को ये नंबर है ये 2 ਦੀਆਂ ਪਾਵਰਾਂ 'ਚ ਲਿਖਿਆ ਜਾ ਸਕਦਾ है, ठीक है। तो एक चीज़ बेटा होर नाल याद रखनी है, ਇਹਦੇ ਨਾਲ मैं लिख सकता हाँ 5 की पावर 0। 5 की पावर 0 का मतलब की 5 की पावर 0 ही नहीं, मैं कहूँगा भी किसी भी चीज़ की पावर जे 0 आती है तो वह आंसर हमेशा अपने को 1 होगा, ठीक है ना। एनीथिंग पावर 0 विल गिव अस आंसर 1। हुण देखो कोई भी टर्मीनेट नंबर आ, तुसीं एक चीज़ याद रखनी है भी ਉਹਦਾ ਜਿਹੜਾ डिनोमीनेटर आऊगा नंबर का, डिनोमीनेटर वो हमेशा 2 की पावर एंड 5 की पावर 2 ਤੇ 5 ਦੇ ਵਿੱਚ ਹੀ ਐਕਸਪ੍ਰੈਸ ਹੋਊਗਾ। मतलब ਉਹਦੀ ਪ੍ਰਾਈਮ ਫੈਕਟਰਾਈਜੇਸ਼ਨ ਜਦੋਂ ਕਰੋਗੇ ਤਾਂ ਉਹਦੇ ਚ 2 ਤੇ 5 ਦੀ ਪਾਵਰਸ ਆਉਣਗੀਆਂ। ਇਹ ਵੀ ਹੋ ਸਕਦਾ ਹੈ ਕੱਲੀਆਂ 5 ਦੀ ਪਾਵਰਸ ਆ ਜਾਣ, ਇਹ ਵੀ ਹੋ ਸਕਦਾ ਕੱਲੇ 2 ਦੀਆਂ ਪਾਵਰਸ ਆ ਜਾਣ, ਇਹ ਵੀ ਹੋ ਸਕਦਾ ਵਾ ਵੀ 2 ਤੇ 5 ਦੋਨਾਂ ਦੀਆਂ ਪਾਵਰਸ ਆ ਜਾਣ। ਹੁਣ ਜਿਵੇਂ ਮੈਂ ਇੱਕ ਨੰਬਰ ਦੀ ਗੱਲ ਕਰ ਲੈਂਦੇ ਹਾਂ ਆਪਾਂ 11/10, ਇਹਨੂੰ ਲਿਖ ਸਕਦੇ ਆਪਾਂ 11/2 into 5, ठीक है। ਹੁਣ ਇਹਨੂੰ ਆਪਾਂ 11/2 into 5 ਲਿਖਿਆ ਵਾ, 2 ਦੀ ਪਾਵਰ ਵੀ ਬਣਨੀ ਹੈ 5 ਦੀ ਪਾਵਰ ਬਣਨੀ ਹੈ, ਤਾਂ ਇਹ ਜਿਹੜਾ ਨੰਬਰ ਆ ਇਹਨੂੰ ਮੈਂ ਬਿਨਾਂ ਡਿਵਾਈਡ ਕੀਤੀ ਕਹਿ ਸਕਦਾ ਹਾਂ ਵੀ ਇਹ ਨੰਬਰ ਕੀ ਹੈ, ਟਰਮੀਨੇਟ ਨੰਬਰ ਆ। ਹਾਲਾਂਕਿ ਮੈਨੂੰ ਇੰਨੀ ਡਿਵਾਈਡ ਕਰਕੇ ਪਤਾ ਚੱਲਿਆ ਸੀ ਵੀ ਡਿਵਾਈਡ ਨੀਚੇ ਜਾ ਕੇ ਰੁਕ ਗਈ ਤਾਂ ਟਰਮੀਨੇਟ ਹੈ, ਪਰ ਜੇ ਸਿੱਧਾ ਪਤਾ ਕਰਨਾ ਹੋਵੇ ਤਾਂ ਇਹ ਕ੍ਰਾਈਟੇਰੀਆ ਵਾ ਨੀਚੇ ਵਾਲੇ ਨੰਬਰ ਦੀ ਤੁਸੀਂ ਪ੍ਰਾਈਮ ਫੈਕਟਰਾਈਜੇਸ਼ਨ ਕਰ ਲਓ। ਜਿਵੇਂ ਤੁਸੀਂ 5th ਕਲਾਸ 'ਚ ਕਰਦੇ ਹੁੰਦੇ ਹੋ, ਨੀਚੇ ਵਾਲਾ ਨੰਬਰ ਸੀਗਾ 10 ਦੀ ਪ੍ਰਾਈਮ ਫੈਕਟਰਾਈਜੇਸ਼ਨ ਇਦਾਂ ਹੁੰਦੀ ਹੈ। ਕਿਹੜੇ ਕਿਹੜੇ ਦੋ ਨੰਬਰ ਦਾ ਆਏਗਾ 2 ਤੇ 5, ਜੇ ਇਹੀ ਦੋ ਨੰबर आ रहे हैं इस तो इलावा और नंबर नहीं आ रहे हैं, ठीक है, तो अपना नंबर जो है वो की है टर्मिनेट नंबर है। नाउ लेट अस टॉक अबाउट द नेक्स्ट वन, जो आप एक नेक्स्ट नंबर लिखे हैं आप गल करते हैं। हुण अपने को नेक्स्ट नंबर आ गया 2/5, 2/5 सॉरी 15 नॉट 5, इन्हों डिवाइड कर लो। I write here 50 sorry just a minute 215 ਇੱਥੇ 0 ਲਗਾਵਾਂਗੇ, ਇੱਥੇ 0 ਆਊਗਾ, ठीक है, पॉइंट लग जाएगा ਨਾਲ ਇੱਥੇ 15 1s 15, अगेन 5 ਇੱਥੇ ਆ ਜਾਊਗਾ ਆਪਣੇ ਕੋਲ, ਇੱਕ 0 लगाऊंगा, 15 3s 45, अगेन 5 is here, फिर 0 लग जाएगा, 15 3s 45, अगेन 5 is here, फिर 0 लग जाएगी, फिर 3 लग जाएगा, प्रोसेस चलता ही जा रहा है। ਇਹਦਾ जो आंसर आ रहा है 0.133333 इधे चली जाना, जिन्ना को पेज है उन्ना करके देख लो, ठीक है, सारे 3 आएंगे, ऑल आर 3s here, सारे के सारे 3 आ गए अपने को इतने। तो हम प्रॉब्लम कितने है, इन्हों लिखने का एक क्राइटेरिया तेना लिख लो 0.1, ਜਿਹੜਾ भी नंबर रिपीट करता ਉਹਦੇ ਉੱਪਰ बार लगाओ डायरेक्ट। बार का मतलब है कि ये ਜਿਹੜਾ ਕੱਲਾ नंबर है 3, 1 ਦੇ ਉੱਪਰ बार नहीं पानी ਤੁਸੀਂ, ਜਿਹੜਾ भी नंबर रिपीट हो रहा है ਉਹਦੇ ਉੱਪਰ बार पानी है। ये नंबर की अपना रिपीटिंग नंबर है, रिपीटिंग नंबर। पहली गल तो ये नंबर है रिपीटिंग नंबर। दूसरी गल जो आप बोलेंगे वो नंबर जो आप लिखे सी टर्मिनेट नंबर, इसका दूसरा नाम है नॉन टर्मिनेट नंबर्स, नॉन टर्मिनेट नंबर्स, ये नॉन टर्मिनेट नंबर है। तीसरी चीज़ ये है तुसी ये 15 की इन्ना कुछ करने की बजाय तुसी जो 15 जो दिता हुआ है 15 वाल देखो, 3 के टेबल से 5 5 1, ਇਹਦੀ प्राइम फैक्टराइजेशन जो है ਉਹਦੇ ਵਿੱਚ ਆਪਾਂ ਨੂੰ सिर्फ 2 ਤੇ 5 ਚਾਹੀਦਾ ਸੀ, ਉਹ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਇਹਦੀ प्राइम फैक्टराइजेशन ਚ 3 ਆਇਆ ਵਾ ਤੇ 5 ਆਇਆ, 3 एंड 5 दो नंबर्स आए हैं, दोनों के दोनों नंबर्स की है 2 इंक्लूडेड नहीं है, 3 इंक्लूडेड आ। ਆਪਾਂ ਇਹ ਕਿਹਾ ਸੀਗਾ ਵੀ ਜਿਹੜੇ ਵੀ ਨੰਬਰ ਨੂੰ सिर्फ 2 ਤੇ 5 ਦੇ ਵਿੱਚ ਬ੍ਰੇਕ ਕਰਦੇ ਆ ਉਹ ਟਰਮੀਨੇਟ ਹੁੰਦੇ ਆ, ਜਿਹੜੇ ਨੰਬਰ ਨੂੰ 2 ਤੇ 5 ਚ ਬ੍ਰੇਕ ਨਹੀਂ ਕਰ ਸਕਦੇ ਦੈਟ ਨੰਬਰ ਦਾ नॉन टर्मिनेटिंग नंबर्स का। ਇਹਦਾ मतलब इत्थों भी क्लीयर हो जाता वा डायरैक्टली डिनोमिनेटर देख के भी ये नंबर जो है अपने को की है ये नॉन टर्मिनेटिंग नंबर। आई होप सो टर्मिनेटिंग नॉन टर्मिनेटिंग का कंसैप्ट ਤੁਹਾਨੂੰ ਸਾਰਿਆਂ ਨੂੰ क्लीयर हो गया होना वा। नाउ लेट अस मूव ऑन द एक्सरसाइज क्वेश्चंस। एक्सरसाइज 1.2 के क्वेश्चंस की गल जे करिए ਆਪਾਂ ਤਾਂ फर्स्ट क्वेश्चन अपने को आंदा एवरी इरैशनल नंबर इज़ अ रियल नंबर। इरैशनल नंबर मैं ਤੁਹਾਨੂੰ ਦੱਸ ਚੁੱਕਿਆ ਸੀ ਕਿੱਦਾਂ ਦੇ ਹੁੰਦੇ ਆ। ਜੇ ਨਹੀਂ ਤੁਹਾਨੂੰ ਰਿਮਾइंड नहीं है नंबर का तो ਤੁਸੀਂ यही वीडियो स्टार्टिंग तो दोबारा सुन सकते हो, वो दस्या है मेरा। ओके एक चीज़ देखो ऊपर मैं लिखा 1.2 NCERT। NCERT के नाल ही मैं लिखा वा ऑल नंबर्स आर रियल नंबर्स। ये फोकस करने वाली गल है
ऑल नंबर का रियल नंबर का मतलब की आ भी जिन्ने भी नंबर आ चाहे वो नैचुरल ने, चाहे वो होल ने, चाहे वो इंटीजर ने, चाहे वो रैशनल ने, चाहे वो इरैशनल नंबर ने, सारे के सारे नंबर्स की आ रीयल नंबरस होंगे है। मतलब रीयल नंबर के सैट के सारे के सारे नंबरस आ जाते हैं अपने को। ठीक है, सो एवरी इरैशनल नंबर इज़ अ रियल नंबर। आप ये गल करिए तो देखते हैं राजी। सो फर्स्ट ਆਪਾਂ ਇਹ ਦੱਸਣਾ ਵਾ ਵੀ ਐਵਰੀ ਇਰੈਸ਼ਨਲ ਨੰਬਰ ਇਜ਼ ਅ ਰੀਅਲ ਨੰਬਰ ਔਰ ਨਾਟ, ਇਹ ਦੱਸਣਾ ਵਾ ਆਪਾਂ। ਤਾਂ ਆਬਵੀਅਸ ਹੈ ਜੇ ਸਾਰੇ ਨੰਬਰ ਰੀਅਲ ਨੰਬਰਸ ਹੁੰਦੇ ਆ, ਇਕੱਲੇ ਇਰੈਸ਼ਨਲ ਆਪਾਂ ਨੰਬਰ ਰੀਅਲ ਨਹੀਂ ਨਾ ਕਹਿ ਸਕਦੇ। ਸੋ ਇਹਦਾ ਆਨਸਰ ਕੀ ਆਏਗਾ? नो। ठीक है जी। नेक्स्ट, एवरी पॉइंट ऑन द नंबर लाइन इज ऑफ द फॉर्म अंडर रूट m, m बिलोंग्स टू नेचुरल नंबर। नंबर लाइन में ਤੁਹਾਨੂੰ ਦਿਖਾਈ ਸੀ ਸਟਾਰਟਿੰਗ ਇੰਟਰੋਡਕਸ਼ਨ ਦੇ ਵਿੱਚ, ਦੁਬਾਰਾ ਦੇਖ ਲਓ। ਨੰਬਰ ਲਾइन ਦੇ ਉੱਪਰ ਇਦਾਂ ਦੇ ਨੰਬਰ ਵੀ ਤਾਂ ਆ ਗਏ। ਹੁਣ ਇਹ ਨੈਚੁਰਲ ਤਾਂ ਇੱਥੋਂ ਸਟਾਰਟ ਹੁੰਦੇ ਆ, ਠੀਕ ਹੈ, ਨੈਚੁਰਲ ਨੰਬਰਸ। ਉਸ ਤੋਂ ਬਾਅਦ ਨੈਗੇਟਿਵ ਨੰਬਰਸ ਵੀ ਆਉਂਦੇ ਆ। ਇਹਨੇ ਨੈਗੇਟਿਵ ਦੀ ਗੱਲ ਵੀ ਨਹੀਂ ਕੀਤੀ ਹੋਈ। ਸੋ ਇਹਦਾ ਆਨਸਰ ਕੀ ਆਏਗਾ? ਫਾਲਸ ਜਾਂ नो ਲਿਖ ਸਕਦੇ ਆਪਾਂ। एवरी रियल नंबर इज अ इरैशनल नंबर। मैं कह रहा सारे नंबर रियल नंबर होंगे, ये कह रहा वा भी सारे रियल नंबर इरैशनल होंगे। क्यों नहीं? ये भी ट्रू नहीं है, क्योंकि सारे इरैशनल नंबर रियल कह सकते हैं आप। सारे इरैशनल नंबर रियल नहीं कह सकते, मतलब रियल ਦੇ ਵਿੱਚ ਆਉਂਦੇ। ਇਹ ਕਹਿ ਸਕਦੇ ਹਾਂ ਵੀ ਸਾਰੇ ਇਰੈਸ਼ਨਲ ਨੰਬਰ ਰੀਅਲ ਨੰਬਰ ਦੇ ਵਿੱਚ ਆ ਰਹੇ ਆ, ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਰੀਅਲ ਨੰਬਰਸ ਇਰੈਸ਼ਨਲ ਨੰਬਰ ਨੇ। मतलब ਆਪਾਂ ਇਹ ਨਹੀਂ ਕਹਿ ਸਕਦੇ ਕਿ ਰੀਅਲ ਨੰਬਰਸ ਇਜ਼ ਇਕੁਅਲਸ टू इरैशनल। इरैशनल ਦੀ ਨੋਟੇਸ਼ਨ ਹੁੰਦੀ ਹੈ क्यू स्टार। ठीक है जी, ये चीज़ ट्रू नहीं है। ठीक है, सो दैट्स वाई का आंसर भी किया अपने को फॉल्स ही आएगा। नाउ लेट अस मूव ऑन द नेक्स्ट क्वेश्चन। नेक्स्ट क्वेश्चन देखते हैं, क्वेश्चन नंबर 2 इसी एक्सरसाइज का ਉਹਦੇ ਚ ਕੀ ਹੈ। सी हियर द नेक्स्ट स्टेटमेंट, आर द स्क्वायर रूट ऑफ ऑल नंबर्स ऑल पॉजिटिव इंटीजर्स इज इरैशनल। कहना जिन्ने भी पॉजिटिव इंटीजर है, पॉजिटिव इंटीजर पहला देख ली है कि अपने को 1 2 3 4 5 6 7 8 एंड सो ऑन, मतलब नैचुरल की गल ही होगी एक तरह ना। पॉजिटिव इंटीजर जो होंगे नैचुरली होंगे अपने को सारे। कहना उन्होंने जो स्क्वायर रूट कर देंगे भी वो इरैशनल नंबर होंगे, ये दसना आप। जे नहीं है तो किसी ना किसी स्क्वायर रूट की यह जी एग्जाम्पल दो भी जो स्क्वायर रूट तो बाद भी अपने को नंबर बन रहा वा, रैशनल नंबर बन रहा वा। सो लेट अस सी दिस सोल्यूशन। देखो सब तो पहले तो आप इंटीजर्स की गल कर लेते हैं। इंटीजर्स वो भी पॉजिटिव डिनोट करांगे z के ऊपर प्लस पाके पॉजिटिव। तो वो केड़े-केड़े ने अपने को 1 2 3 4 5 6 7 8 9 एंड सो इन्ने सारे नंबर लिख ले। हुण जे मैं इन्हां सारिਆਂ ਦਾ स्क्वायर रूट करदा, 1 ਦਾ स्क्वायर रूट कर दिंदे, 2 ਦਾ कर दूं, 3 ਦਾ, then 4 then 5 then 6 7 8 9 सारे का स्क्वायर रूट कर चुके अपन। हुण ये सारे स्क्वायर रूट वो कहते हैं दसो भी इरैशनल है कि देखो रूट 2 मैं अगे सॉल्व नहीं कर सकता, ये इरैशनल है। आ भी अपने को इरैशनल है। रूट 4 मैं लिख सकता हां 2। वो किवें? देखो राजी, रूट 4 इज इक्वल टू रूट 2 into 2। क्या अपन पता हुआ जो रूट से दो नंबर सेम होंगे तो एक नंबर पूरा बाहर आ जाता है। ठीक है, सो इनको अपन इतना लिख सकते हैं। रूट 5 भी इरैशनल है, रूट 6 भी इरैशनल है, 7 भी इरैशनल है, 8 भी है, 9 ਨੂੰ ਆਪਾਂ ਕੀ ਲਿਖ ਸਕਦੇ ਹਾਂ 3। ਇਹਦਾ ਮਤਲਬ ਹਾਲੇ ਤਾਂ ਮੈਂ ਸਿਰਫ 1 ਤੋਂ ਲੈ ਕੇ 9 ਤੱਕ ਨੰਬਰ ਹੀ ਲਿਖੇ ਸੀ। ਨੈਚੁਰਲ ਨੰਬਰ ਤਾਂ ਬਹੁਤ ਸਾਰੇ ਹੁੰਦੇ ਆ। ਇਹ ਨੰਬਰਸ ਦੇ ਵਿੱਚੋਂ ਵੀ ਮੈਨੂੰ ਦੋ ਇਹੋ ਜਿਹੇ ਨੰਬਰ ਮਿਲ ਗਏ 2 ਤੇ 3 ਜਿਹੜੇ ਕੀ ਆ ਰੂਟ ਤੋਂ ਬਿਨਾਂ ਨਿਕਲੇ। ਤੇ ਜੇ 2 ਦੇ ਉੱਪਰ 1 ਲਗਾਤਾ ਤੇ 3 ਦੇ ਉੱਪਰ ਵੀ 1 ਲਗਾਤਾ, ਇਹ ਨੰਬਰਸ ਕਿਹੜੇ ਬਣ ਗਏ? ਰੈਸ਼ਨਲ। ਇਹਦਾ ਮਤਲਬ ਰੂਟ ਵਾਲੇ ਨੰਬਰ ਜਿਹੜੇ ਹੁੰਦੇ ਆ ਉਹ ਵੀ ਕੀ ਬਣ ਸਕਦੇ ਆ? ਰੈਸ਼ਨਲ ਨੰਬਰ ਬਣ ਸਕਦੇ ਆ। ਤਾਂ ਆਪਣੇ ਕੋਲ ਇਹੋ ਜਿਹੇ ਨੰਬਰ ਆਪਾਂ ਨੂੰ ਮਿਲਦੇ ਪਏ ਆ ਰੈਸ਼ਨਲ, ਜਿਹੜੇ रूट की फॉर्म के भी होंगे। ठीक है, सो आप आंसर की लिखांगे यस। ठीक है, यस वी आर एबल टू फाइंड, असी एबल आ फाइंड करन दे भी ਜਿਹੜੇ रूट ਦੇ ਵਿੱਚ ਨੰਬਰਸ ਹੁੰਦੇ ਉਹ ਰੈਸ਼ਨਲ ਵੀ ਹੁੰਦੇ ਆ। मतलब ठीक है, ਇਹ क्वेश्चन ਦਾ ਇਹੀ ਆਨਸਰ ਸੀ। सो हियर दिस क्वेश्चन इज कंप्लीटेड। नाउ लेट अस मूव ऑन द नेक्स्ट क्वेश्चन। थर्ड क्वेश्चन इज रूट 5 कैन बी रिप्रजेंटेड ऑन द नंबर लाइन। ये शो करना ਆਪਾਂ ਵੀ ਜਿਹੜਾ रूट 5 ਆ ਉਹਨੂੰ ਆਪਾਂ ਨੰਬਰ ਲਾइन ਦੇ ਉੱਪਰ रिप्रजेंट कर सकते हैं या नहीं। बहुत सिंपल क्राइटेरिया वा। पाइथागोरस थ्योरम बारे सारा ने पढ़िया हुआ है, 7th क्लास तो पढ़ते आ रहे हो। वो थ्योरम आप इसे अप्लाई करेंगे। सो अप्लाई करनी किवें बेटा वो देखो ध्यान नाल। रूट 5 है, अपन पता नहीं जो 5 है ਉਹਨੂੰ मैं ਕੀ लिख सकता 1 + 4। ठीक है, तो 1 जे रूट 5 होता इधर भी रूट ला देंगे आप, कोई फर्क नहीं पैदा। रूट 5 तो उदा ही आ गया,
ए वाले नंबर में मैं लिख सकता हूँ 1 का स्क्वायर प्लस 2 का स्क्वायर, ठीक है ना, 1 स्क्वायर प्लस 2 स्क्वायर लिख सकता मैं नंबर में। सो हम इतने मैं की कह रहा हूँ जो मेरा बेस है वो बेस मेरा 2 है, परपेंडिकुलर मेरा 1 है, ठीक है, तो हाइपोटेनस मेरे को कितनी आ रही है, इन दोनों नंबर के स्क्वायर के अकॉर्डिंग हाइपोटेनस मेरे को आ रही है √5। ਇਹਦਾ मतलब जो मैं पाइथागोरस थ्योरम अप्लाई करता इस नंबर लाइन के ऊपर तो मैं √5 की वैल्यू कढ सकदा, ठीक है। पाइथागोरस थ्योरम है कि ਤੁਹਾਨੂੰ याद ही होना h = p² + b² यही सी। ਹੁਣ देखो इत्थों की आ रहा है बेस 2 आ रहा है तो देखो आ लाइन होगी 2 वाली, आ बेस 2 हो गया अपना। उस तो बाद परपेंडिकुलर 1 है, ਤੁਸੀਂ ਕੀ ਕਰਨਾ ਵਾ ਆਪਣੀ ਕੰਪਾਸ ਓਪਨ ਕਰਨੀ ਹੈ 1 ਸੈਂਟੀਮੀਟਰ ਤੱਕ ਤੇ ਇਹਨੂੰ ਘੁਮਾ ਕੇ ਜਿੱਥੇ ਕੱਟ ਲੱਗਦਾ ਉਸੇ ਕੱਟ लगा देना, जिदा मैं ਤੁਹਾਨੂੰ दिखाना। फॉर एग्जांपल आ चौक मेरा पूरा 1 सेंटीमीटर, ठीक है, तो 1 सेंटीमीटर के अकॉर्डिंग ਇਹਦਾ बेस नहीं हिलना चाहिए अपने को, कुछ इतने कट लग जूगा 1 सेंटीमीटर लाइन होगी, इन्हें लाइन सीधे स्ट्रेट ड्रॉ कर दोगे 1 सेंटीमीटर की लाइन अपने को। उस तो बाद राजी आप की करांगे, उस तो बाद ये 1 सेंटीमीटर की लाइन लग गई कट लग जाएगा, इन्होंने दोनों आपस में कर दो ज्वाइन लाइक दिस। हुण आ जो डिस्टेंस है ये कितना सी 2, आ डिस्टेंस कितना है 1, आ वाला डिस्टेंस कितना आया अकॉर्डिंग टू पाइथागोरस थ्योरम दिस डिस्टेंस विल बी √5। तो इनो अपन नाम देने o, इनो अपन नेम देने a, इनो अपन नेम देने b, ठीक है। तो ऐसे अपन लिखेंगे हियर OA is √5। तो OA की है नंबर लाइन के ऊपर √5 की रिप्रेजेंटेशन। इत्थे आके बेटा थोड़ा ये एक्सरसाइज ओवर हो जाती है। लास्ट जो थोड़ी एक्टिविटी दी हुई है वो थोड़ी एग्जाम के पॉइंट ऑफ व्यू तो इंपॉर्टेंट नहीं है, सो ਅਸੀਂ एग्जाम ਦੇ ਵਿੱਚ ਉਹਨੂੰ यूज भी नहीं करते, ਉਹਨੂੰ मतलब ਤੁਹਾਨੂੰ नहीं पावांगे कभी भी एग्जाम ਦੇ ਵਿੱਚ ਇਦਾਂ ਦਾ ਕੁਝ नहीं आता। ਹੁਣ तक ਦੇ CBSE एग्जाम 'ਚ नहीं ਹੋਇਆ ਇਹ ਚੀਜ਼ ਨੂੰ ਤੇ ਬਟ ਉਹ ਐਕਟੀਵਿਟੀ ਆਪਾਂ ਕਲਾਸਰੂਮ 'ਚ ਕਰਾਂਗੇ, मतलब कि वो एक्टिविटी कोई बड़ी शीट लैके ਉਹਦੇ ਉੱਪਰ ਪ੍ਰੋਪਰ ਆਪਾਂ ਗ੍ਰਾਫ ਬਣਾ ਕੇ ਦਿਖਾਵਾਂਗੇ ਵੀ ਐਕਟੀਵਿਟੀ ਆਪਾਂ ਨੂੰ ਕਹਿੰਦੀ ਕੀ ਹੈ। ਵੈਸੇ ਈਜ਼ੀ ਹੈ, ਇਹੀ ਕੁਐਸਚਨ ਦੇ ਉੱਪਰ ਬੇਸਡ ਐਕਟੀਵਿਟੀ ਹੈ, ਜਿਸ ਨੂੰ ਇਹ ਵਾਲਾ ਕੁਐਸਚਨ ਕਲੀਅਰ ਹੋ ਗਿਆ ਤਾਂ ਐਕਟੀਵਿਟੀ ਨਾਲ ਦੇ ਨਾਲ ਆਪੇ ਕਲੀਅਰ ਹੋ ਜਾਣੀ ਹੈ। सो आई होप सो 2 एक्सरसाइज आप कर चुके हैं, दोनों की दोनों एक्सरसाइजेस हम क्लियर हुई होनी ने, ठीक है। नेक्स्ट आप करेंगे बेटा अपनी नेक्स्ट वीडियो। टिल द टाइम थैंक यू एंड हैव अ वंडरफुल डे, स्टे सेफ, स्टे होम।